ਹੈਲੋ ਸਟੂਡੈਂਟਸ, ਕਾਫੀ ਬੱਚਿਆਂ ਦੀ ਜਿਹੜੀ ਡਿਮਾਂਡ ਸੀ ਉਹ ਸੀ ਕੈਨੇਡਾ ਦੇ SDS ਕੈਟਾਗਰੀ ਕੀ ਹੈ ਅਤੇ ਉਹਦੇ ਵਿੱਚ ਕੀ ਰਿਕੁਆਇਰਮੈਂਟਸ ਨੇ ਅਤੇ ਉਹਦੇ ਰਿਲੇਟਡ ਕਾਫੀ ਮੈਸੇजेस ਆਉਂਦੇ ਸੀ ਅਤੇ ਕਾਫੀ ਬੱਚੇ ਕਨਫਿਊਜ਼ ਵੀ ਸੀ ਵੀ ਇਹ ਹੈ ਕੀ ਚੀਜ਼। ਸੋ ਸਪੈਸ਼ਲੀ ਉਹਦੇ ਰਿਲੇਟਡ ਅੱਜ ਵੀਡੀਓ ਬਣਾਉਣ ਲੱਗੇ ਹਾਂ। ਤਾਂ ਪਹਿਲਾਂ ਤੁਸੀਂ ਕੀ ਕਰਨਾ ਆ, SDS ਕੈਨੇਡਾ ਰਿਕੁਆਇਰਮੈਂਟ ਲਿਖਣਾ ਆ ਤੁਸੀਂ ਆਪਣਾ ਗੂਗਲ ਦੇ ਉੱਪਰ। ਤਾਂ ਤੁਹਾਡੇ ਸਾਹਮਣੇ ਆਹ ਨਿਕਲਿਆ ਆਉਣਾ ਆ WW ਕੈਨੇਡਾ CA, ਇਹ ਗਵਰਨਮੈਂਟ ਦੀ ਵੈਬਸਾਈਟ ਹੈ। ਤਾਂ ਇਹਦੇ ਉੱਪਰ ਸਿੱਧਾ ਲਿਖਿਆ ਹੈ ਸਟੂਡੈਂਟ ਡਾਇਰੈਕਟ ਸਟਰੀਮ। ਤਾਂ ਜਿਹੜੀ SDS ਹੈ ਉਹਦੀ ਫੁੱਲ ਫੋਰਮ ਹੈ ਸਟੂਡੈਂਟ ਡਾਇਰੈਕਟ ਸਟਰੀਮ। ਤਾਂ ਤੁਸੀਂ ਇਹਦੇ ਉੱਪਰ ਕਲਿੱਕ ਕਰਾਂਗੇ। ਹੁਣ ਦੇਖੋ ਜੀ, ਹੁਣ ਆਪਣੇ ਸਾਹਮਣੇ ਇਹ ਡਿਟੇਲ ਓਪਨ ਹੋ ਗਈ ਹੈ ਇਸ ਦੀ ਵੀ ਇਹ ਕੈਟਾਗਰੀ ਦੇ ਵਿੱਚ ਕੀ ਚੀਜ਼ ਹੈਗੀ ਹੈ। ਤਾਂ ਇਹਨਾਂ ਨੇ ਲਿਖਿਆ ਵੀ ਇਹ ਸਟੂਡੈਂਟ ਡਾਇਰੈਕਟ ਸਟਰੀਮ ਹੈਗੀ ਹੈ। ਤਾਂ ਇਹਦੇ ਕੀ ਕੀ ਰਿਕੁਆਇਰਮੈਂਟਸ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ। ਤਾਂ ਇਹ ਕਿਹੜੀ ਕੰਟਰੀਜ਼ ਦੇ ਲੋਕ ਨੇ ਜਿਹੜੇ ਉਹ ਲਗਾ ਸਕਦੇ ਨੇ। ਤਾਂ ਜਿਹੜਾ SDS ਕੈਟਾਗਰੀ ਹੈ ਉਹਦੇ ਵਿੱਚ ਜਿਹੜੀਆਂ ਕੰਟਰੀਜ਼ ਦੇ ਨਾਮ ਤੁਹਾਨੂੰ ਸ਼ੋ ਹੋ ਰਹੇ ਨੇ, ਚਾਈਨਾ, ਇੰਡੀਆ, ਮੋਰੋਕੋ, ਪਾਕਿਸਤਾਨ, ਫਿਲੀਪੀਨਸ, ਸੈਨੇਗਲ ਅਤੇ ਵੀਅਤਨਾਮ। ਅਤੇ ਇੱਕ ਰੂਲ ਹੋਰ ਵੀ ਹੈਗਾ ਆ, ਜੇ ਇੰਡੀਅਨ ਸਟੂਡੈਂਟ ਆਸਟ੍ਰੇਲੀਆ ਦੇ ਵਿੱਚ ਉਹ ਇਹਨਾਂ ਕੰਟਰੀਆਂ ਦੇ ਵਿੱਚ ਹੋਣਾ ਚਾਹੀਦਾ ਜਦੋਂ ਉਹਨੇ ਵੀਜ਼ਾ ਅਪਲਾਈ ਕਰਨਾ। ਲਿਖਿਆ ਹੈ ਨਾ ਲੀਗਲ ਰੈਜ਼ੀਡੈਂਟਸ, ਦੈਟ ਮੀਨਸ ਉਹ ਉੱਥੇ ਹੀ ਹੋਣਾ ਚਾਹੀਦਾ। ਦੈਟ ਮੀਨਸ ਇਹ ਨਹੀਂ ਹੈਗਾ ਵੀ ਜੇ ਉਹ ਇੰਡੀਆ ਦਾ ਬੰਦਾ ਸਿੰਗਾਪੁਰ ਗਿਆ ਵੀ ਉੱਥੋਂ SDS ਚਲਾ ਦਾਂਗੇ, ਫਿਰ ਉਹ ਨੋਨ SDS ਕੈਟਾਗਰੀ ਦੇ ਵਿੱਚ ਆਪਾਂ ਵੀਜ਼ਾ ਅਪਲਾਈ ਕਰਾਂਗੇ। ਦੈਟ ਮੀਨਸ ਇੰਡੀਆ ਦਾ ਨਾਮ ਹੈਗਾ, ਦੈਟ ਮੀਨਸ ਇੰਡੀਅਨ ਸਟੂਡੈਂਟ SDS ਕੈਟਾਗਰੀ 'ਚ ਅਪਲਾਈ ਕਰ ਸਕਦੇ ਜੀ। ਅੱਗੇ ਦੀਆਂ ਰਿਕੁਆਇਰਮੈਂਟਸ ਹੈਗੀਆਂ ਨੇ ਉਹ ਮੈਂ ਤੁਹਾਨੂੰ ਅੱਗੇ ਦੱਸ ਦਿੰਦਾ ਆ। ਤਾਂ ਪਹਿਲਾ ਹੈਗਾ ਇਹਨਾਂ ਨੇ ਲਿਖਿਆ ਹੈ ਅਬਾਊਟ ਦਾ SDS। ਤਾਂ ਇੱਥੇ ਇਹਨਾਂ ਨੇ ਲਿਖਿਆ ਹੋਇਆ ਸਮ ਇੰਟਰਨੈਸ਼ਨਲ ਸਟੂਡੈਂਟਸ ਕੈਨ ਗੈਟ ਦੇ ਸਟੱਡੀ ਪਰਮਿਟ ਫਾਸਟਰ ਬਾਈ ਯੂਜ਼ਿੰਗ ਦਾ SDS। ਤਾਂ ਸਿੱਧਾ ਇਹਦਾ ਕੰਮ ਕੀ ਹੈ, ਕਿਉਂ SDS ਦੀ ਲੋੜ ਪਈ। ਪਹਿਲਾਂ SPP ਹੁੰਦਾ ਸੀ ਅਤੇ ਹੁਣ SDS ਹੈਗਾ। SDS ਦਾ ਕੀ ਹੈ, ਇਹ ਫਾਸਟ ਟਰੈਕ ਸਟੂਡੈਂਟ ਵੀਜ਼ਾ ਸਰਵਿਸ ਹੈ। ਦੈਟ ਮੀਨਸ ਇਹਦੇ ਨਾਲ ਵੀਜ਼ਾ ਜਿਹੜਾ ਉਹ ਫਾਸਟ ਮਿਲਦਾ। ਦੈਟ ਮੀਨਸ ਇਹਨਾਂ ਨੇ 20 ਕੈਲੰਡਰ ਡੇਜ਼ ਦੇ ਵਿੱਚ ਇਹਨਾਂ ਨੇ ਕੀ ਹੈ, ਜੇ ਐਲੀਜੀਬਲ ਹੈਗਾ ਬੱਚਾ ਤਾਂ ਉਹਨਾਂ ਨੂੰ ਟਰਾਈ ਕਰਦੇ ਆ ਕਿ ਉਹ ਵੀਜ਼ਾ ਦੇ ਦਿੰਦੇ ਹੈ। ਸਮ ਟਾਈਮ ਡਿਲੇ ਹੋ ਜਾਂਦਾ ਅਤੇ ਹੁਣ ਕਰੋਨਾ ਕਰਕੇ ਵੀ ਥੋੜ੍ਹਾ ਡਿਲੇ ਹੋ ਰਿਹਾ। ਵੈਸੇ 20-25 ਦਿਨਾਂ 'ਚ ਇਹਦਾ ਰਿਜ਼ਲਟ ਆ ਜਾਂਦਾ ਆ। ਅਤੇ ਉਸ ਤੋਂ ਬਾਅਦ ਹੈਗਾ ਆ ਵੀ ਇਹਦੀਆਂ ਰਿਕੁਆਇਰਮੈਂਟਸ ਕਿਹੜੀਆਂ ਹੈਗੀਆਂ ਨੇ। ਹੁਣ ਆਪਾਂ ਚੱਲਦੇ ਹਾਂ ਰਿਕੁਆਇਰਮੈਂਟਸ ਦੀ ਗੱਲ ਵੱਲ। ਤਾਂ ਪਹਿਲੀ ਰਿਕੁਆਇਰਮੈਂਟ ਹੈਗੀ ਹੈ ਪ੍ਰੂਫ ਆਫ ਅ ਵੈਲਿਡ ਲੈਂਗੁਏਜ ਟੈਸਟ ਰਿਜ਼ਲਟ। ਪ੍ਰੂਫ ਆਫ ਅ ਵੈਲਿਡ ਲੈਂਗੁਏਜ ਮੀਨਸ ਤੁਸੀਂ ਇੰਗਲਿਸ਼ ਸਪੀਕਿੰਗ ਕੰਟਰੀ 'ਚ ਜਾ ਰਹੇ ਹੋ ਤਾਂ ਤੁਹਾਨੂੰ ਇੰਗਲਿਸ਼ ਦੀ ਹੀ ਡਿਮਾਂਡ ਹੋਵੇਗੀ। ਦੈਟ ਮੀਨਸ ਤੁਸੀਂ ਕੈਨੇਡਾ ਲਈ ਜਾ ਰਹੇ ਹੋ ਤਾਂ ਹੁਣ ਕੈਨੇਡਾ ਦੇ ਵਿੱਚ ਕਿ ਉਹਨਾਂ ਨੇ ਇੰਗਲਿਸ਼ ਦੀ ਡਿਮਾਂਡ ਕਰਨੀ ਹੈ। ਅਤੇ ਪਿਛਲੇ 2 ਸਾਲਾਂ ਦੇ ਵਿੱਚ ਜਦੋਂ ਆਪਾਂ ਵੀਜ਼ਾ ਅਪਲਾਈ ਕਰਨਾ ਆ ਉਦੋਂ ਤੁਹਾਡੇ ਕੋਲ ਉਹ ਕੀ ਹੈ, ਆਈਲੈਟਸ ਹੈ, ਉਹ ਹੋਣਾ ਚਾਹੀਦਾ। ਹਾਲੇ ਤੁਹਾਨੂੰ ਮੈਂ ਦੱਸਦਾ ਹੁਣ ਕਿਹੜੇ ਇਹਨਾਂ ਨੇ ਐਗਜ਼ਾਮ ਅੱਗੇ ਮੰਨੇ ਨੇ, ਜਿਹੜੇ ਮੰਗੇ ਨੇ, ਜਿਹੜੇ ਤੇ ਵੈਲਿਡ ਮੰਨੇ ਜਾਂਦੇ ਆ। ਪਹਿਲਾ ਐਗਜ਼ਾਮ ਹੈ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ। ਦੈਟ ਮੀਨਸ ਜਿਹਨੂੰ ਆਪਾਂ ਆਈਲੈਟਸ ਕਹਿੰਦੇ ਹਾਂ। ਉਹਦੇ ਵਿੱਚ ਉਹਨਾਂ ਨੇ ਕਿਹਾ ਸਕੋਰ ਆਫ 6 ਔਰ ਹਾਇਰ ਇਨ ਈਚ ਲੈਂਗੁਏਜ ਸਕਿੱਲ। ਦੇਖੋ ਜੀ, ਆਈਲੈਟਸ ਦੇ ਵਿੱਚ ਉਹਨਾਂ ਨੇ ਕਿਹਾ ਵੀ 6 ਬੈਂਡ ਹੋਣੇ ਚਾਹੀਦੇ ਨੇ ਜਾਂ ਵੱਧ ਹੋਣੇ ਚਾਹੀਦੇ ਨੇ ਈਚ ਲੈਂਗੁਏਜ ਸਕਿੱਲ। ਈਚ ਲੈਂਗੁਏਜ ਸਕਿੱਲ ਦਾ ਮਤਲਬ ਹੈ ਲਿਸਨਿੰਗ, ਰੀਡਿੰਗ, ਰਾਈਟਿੰਗ ਅਤੇ ਸਪੀਕਿੰਗ ਦੇ ਵਿੱਚ ਸਾਰਿਆਂ 'ਚੋਂ 6 ਹੋਣੇ ਚਾਹੀਦੇ ਨੇ। ਮਿਨੀਮਮ ਵੱਧ ਵੀ ਹੋ ਸਕਦੇ। ਅਗਲਾ ਐਗਜ਼ਾਮ ਆਈ ਥਿੰਕ ਫਰੈਂਚ ਦੇ ਵਿੱਚ ਹੈ। ਇਹ TEF ਐਗਜ਼ਾਮ ਹੈ, ਇਹ ਫਰੈਂਚ ਲੈਂਗੁਏਜ ਦੇ ਵਿੱਚ ਹੈ। ਇਹ ਐਗਜ਼ਾਮ ਦੇ ਕੇ ਵੀ ਬੱਚਾ SDS ਕੈਟਾਗਰੀ 'ਚ ਅਪਲਾਈ ਕਰ ਸਕਦਾ। ਤਾਂ ਕਾਫੀ ਸਟੂਡੈਂਟਸ ਦੇ ਮਨ 'ਚ ਹੁੰਦਾ ਵੀ ਮੇਰੇ PT ਦੇ ਵਿੱਚੋਂ ਜੀ ਮੇਰੇ 62 ਨੇ, ਮੇਰੇ 6.5 ਬਣਦੇ ਹੈ ਜੀ, ਮੇਰੇ 58 ਈਚ ਨੇ, ਮੇਰੇ 6.5 ਓਵਰਆਲ ਨੇ, 6 ਈਚ ਨੇ ਜੀ, ਮੈਂ ਕੈਨੇਡਾ ਲਈ SDS ਕੈਟਾਗਰੀ 'ਚ ਅਪਲਾਈ ਕਰ ਸਕਦਾ, ਮੈਨੂੰ ਕਿਸੇ ਏਜੰਟ ਨੇ ਕਿਹਾ। ਦੇਖੋ ਪਲੀਜ਼, ਸਿੱਧਾ ਇਹਨਾਂ ਨੇ ਵੈਬਸਾਈਟ ਦੇ ਉੱਪਰ ਲਿਖਿਆ ਹੈ SDS ਦੇ ਵਿੱਚ ਡਿਮਾਂਡ 6 ਈਚ ਦੀ ਹੈ। 6 ਈਚ ਦੀ ਡਿਮਾਂਡ ਸਿਰਫ ਅਤੇ ਸਿਰਫ ਆਈਲੈਟਸ ਦੀ ਹੈ। PTE ਨੂੰ ਕਿਤੇ ਵੀ ਵੈਲਿਡ ਨਹੀਂ ਮੰਨਿਆ ਜਾਂਦਾ SDS ਦੇ ਵਿੱਚ, ਉਹ ਨੋਨ SDS ਕੈਟਾਗਰੀ ਮੰਨੀ ਜਾਂਦੀ ਹੈ ਜੀ। ਜੇਕਰ ਤੁਹਾਨੂੰ ਕੋਈ ਕਹਿ ਰਿਹਾ, ਦੇਖੋ ਗਵਰਨਮੈਂਟ ਤਾਂ ਨਹੀਂ ਕਹਿ ਰਹੀ, ਜੇ ਕੋਈ ਕਹਿ ਰਿਹਾ ਪਲੀਜ਼ ਉਹਨਾਂ ਦੀ ਗੱਲਾਂ 'ਚ ਤੁਸੀਂ ਨਹੀਂ ਆਉਣਾ। ਇਹ ਪਹਿਲੀ ਰਿਕੁਆਇਰਮੈਂਟ ਆਪਣੀ ਆਈਲੈਟਸ ਦੀ, ਉਹ 'ਚੋਂ 6 ਈਚ ਚਾਹੀਦੇ ਨੇ ਸਾਰਿਆਂ ਦੇ ਵਿੱਚੋਂ ਜੀ। ਇੱਕ 'ਚੋਂ ਵੀ 5.5 ਅਸੈਪਟਡ ਨਹੀਂ ਮੰਨੇ ਜਾਂਦੇ ਇਹਦੇ ਵਿੱਚ। ਦੂਸਰੀ ਰਿਕੁਆਇਰਮੈਂਟ ਹੈ ਪ੍ਰੂਫ ਆਫ ਅ ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ। ਦੂਸਰਾ ਹੈ ਪ੍ਰੂਫ ਆਫ ਇਨਵੈਸਟਮੈਂਟ ਗਰੰਟਿਡ ਸਰਟੀਫਿਕੇਟ, ਜਿਹਨੂੰ GIC ਕਿਹਾ ਜਾਂਦਾ ਹੈ ਜੀ। ਇਹ ਕੀ ਹੁੰਦਾ ਹੈ ਕਿ ਮੀਨਵਾਈਲ ਬੱਚਾ ਜਦੋਂ ਕੈਨੇਡਾ ਦੇ ਵਿੱਚ ਜਾ ਕੇ ਪੜ੍ਹੇਗਾ ਉਹ ਆਪਦੇ ਖਰਚੇ ਕਿੱਦਾਂ ਪੂਰੇ ਕਰ ਸਕਦਾ ਆ। ਤਾਂ ਗਵਰਨਮੈਂਟ ਕੀ ਹੈ 10,000 ਕੈਨੇਡੀਅਨ ਡਾਲਰ ਟਰਾਂਸਫਰ ਕਰਾਉਂਦੀ ਤੁਹਾਡੇ ਤੋਂ। ਦੈਟ ਮੀਨਸ ਬੱਚੇ ਦਾ ਇੱਕ ਖਾਤਾ ਓਪਨ ਕੀਤਾ ਜਾਂਦਾ ਆ 10,000 ਡਾਲਰ, ਜੇ ਕਿ ਇੰਡੀਆ ਦਾ 6 ਲੱਖ ਹੋ ਗਿਆ। ਬਟ ਇਹ ਜੇ $200 ਐਕਸਟਰਾ ਖਰਚ ਹੁੰਦੇ ਆ। ਦੈਟ ਮੀਨਸ ਬੱਚੇ ਨੂੰ 10,200 ਡਾਲਰ
ਖਰਚ ਕਰਨੇ ਪੈਂਦੇ ਆ GIC ਓਪਨ ਕਰਾਉਣ ਲਈ। ਅਤੇ ਉਸ ਤੋਂ ਬਾਅਦ ਇਹਦਾ ਸਰਟੀਫਿਕੇਟ ਮਿਲਦਾ ਆ। ਪਹਿਲਾਂ ਆਈਲੈਟਸ ਚਾਹੀਦੀ ਹੈ, ਇੱਕ ਸਰਟੀਫਿਕੇਟ ਚਾਹੀਦਾ ਆ, ਅਤੇ ਨਾਲ ਉਹਨਾਂ ਨੂੰ ਆਪਦੇ ਜਿਹੜੇ ਡਾਕੂਮੈਂਟਸ ਨੇ ਉਹ ਲਾਉਣੇ ਪੈਣਗੇ ਜਿਹੜੇ ਸਟੱਡੀ ਦੇ ਹੈਗੇ। ਤਾਂ ਮੈਂ ਸੁਜੈਸਟ ਕਰੂੰਗਾ ਕਿ ਬੱਚੇ ਦੇ ਜੇ +2 ਕੀਤੀ ਹੈ ਤਾਂ 65% ਓਵਰਆਲ ਹੋਣ, ਕੋਈ ਵੀ ਸਟਰੀਮ ਹੋਵੇ। ਐਂਡ ਆਫ ਸਟੱਡੀ, ਪਹਿਲਾ ਰੂਲ ਹੈ ਆਈਲੈਟਸ 6 ਚੀਜ਼ ਚਾਹੀਦੇ ਨੇ, ਦੂਜਾ ਰੂਲ ਹੈ GIC ਚਾਹੀਦਾ ਤੁਹਾਨੂੰ 10,200, ਅਤੇ ਤੀਸਰਾ ਇਹਨਾਂ ਦਾ ਰਿਕੁਆਇਰਮੈਂਟ ਹੈਗੀ ਹੈ ਟਿਊਸ਼ਨ ਫੀਸ ਦੇਣੀ ਹੈ। ਜਿਹੜੀ ਫੀਸ ਹੈ ਕਾਲਜ ਦੀ ਉਹ 1 ਸਾਲ ਦੀ ਜਾਊਗੀ ਜੀ, ਜਿਹੜੀ ਫੀਸ ਹੈ ਉਹ 1 ਸਾਲ ਦੀ ਜਾਊਗੀ। ਅਤੇ ਇਹ DLI ਕਾਲਜ ਹੋਣਾ ਚਾਹੀਦਾ ਹੈ। DLI ਕਾਲਜ ਦੇ ਬਾਰੇ ਮੈਂ ਤੁਹਾਨੂੰ ਫੇਰ ਦੱਸੂੰਗਾ, ਪਹਿਲਾਂ ਤੁਸੀਂ 3 ਰਿਕੁਆਇਰਮੈਂਟਸ ਜਿਹੜੀਆਂ ਨੇ ਉਹ ਇੱਕ ਵਾਰ ਦੇਖ ਲਓ। ਤਾਂ ਜਿਹੜਾ DLI ਕਾਲਜ ਹੈਗਾ ਆ, ਦੇਖੋ ਪਲੀਜ਼ ਹੁਣ ਇਹਨੂੰ ਆਪਾਂ ਡਿਟੇਲ ਦੇ ਵਿੱਚ ਜਾ ਕੇ ਦੇਖਦੇ ਹਾਂ। DLI ਕਾਲਜ ਹੁੰਦਾ ਡੈਜ਼ੀਗਨੇਟਿਡ ਲਰਨਿੰਗ ਇੰਸਟੀਟਿਊਸ਼ਨਸ ਹੁੰਦੇ ਨੇ, ਡੈਜ਼ੀਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਹੁੰਦੇ ਨੇ ਜਿਹੜੇ ਕਿ ਫੋਰਨ ਸਟੂਡੈਂਟਸ ਨੂੰ ਹਾਇਰ ਕਰ ਸਕਦੇ ਆ। ਕਹਿਣ ਦਾ ਮਤਲਬ ਜਿਨ੍ਹਾਂ ਕੋਲ ਗਵਰਨਮੈਂਟ ਨੇ ਪਰਮਿਸ਼ਨ ਦਿੱਤੀ ਹੈ ਵੀ ਉਹ ਦੂਸਰੇ ਦੇਸ਼ਾਂ 'ਚੋਂ ਬੱਚਿਆਂ ਨੂੰ ਆਪਣੇ ਕੈਨੇਡਾ ਦੇ ਵਿੱਚ ਭਰਤੀ ਕਰ ਸਕਦੇ ਆ ਅਤੇ ਉਹਨਾਂ ਨੂੰ ਸਟੱਡੀ ਵੀਜ਼ਾ ਲੈਣ ਦੇ ਵਿੱਚ ਹੈਲਪ ਕਰ ਸਕਦੇ। ਦੈਟ ਮੀਨਸ ਉਹ ਲੀਗਲੀ ਬੱਚਿਆਂ ਨੂੰ ਹਾਇਰ ਕਰ ਸਕਦੇ ਆ। DLI ਦਾ ਮਤਲਬ ਹੁੰਦਾ ਹੈ ਡੈਜ਼ੀਗਨੇਟਿਡ ਲਰਨਿੰਗ ਇੰਸਟੀਟਿਊਸ਼ਨਸ। ਹੁਣ ਆਪਾਂ ਵਾਪਸ ਚੱਲਦੇ ਹਾਂ ਜੀ। ਇਹਨਾਂ ਜਦੋਂ ਆਪਾਂ ਫੀਸ ਪੇ ਕਰਾਂਗੇ ਸਾਲ ਦੀ ਤਾਂ ਆਪਾਂ ਨੂੰ LOA ਕਹਿੰਦੇ ਉਹਨੂੰ, ਲੈਟਰ ਆਫ ਅਸੈਪਟੈਂਸ ਕਾਲਜ ਵੱਲੋਂ ਮਿਲ ਜਾਣਾ ਆ। ਅਤੇ ਉਸ ਤੋਂ ਬਾਅਦ ਆਪਾਂ ਕੀ ਹੈ ਇੱਕ ਮੈਡੀਕਲ ਕਰਾਉਣਾ ਹੁੰਦਾ ਬੱਚੇ ਨੇ। ਮੈਡੀਕਲ ਇਹ ਲੁਧਿਆਣਾ ਵੀ ਹੋ ਜਾਂਦਾ ਹੈ, ਮੋਹਾਲੀ, ਚੰਡੀਗੜ੍ਹ, ਕਿਤੇ ਵੀ ਆਪਾਂ ਜਿਹੜੇ ਰਜਿਸਟਰਡ ਡਾਕਟਰਸ ਹੁੰਦੇ ਨੇ ਉਹਨਾਂ ਦਾ ਆਪਾਂ ਕਰਵਾ ਸਕਦੇ ਹਾਂ। ਤੁਸੀਂ ਇੱਥੇ ਡਾਕਟਰਸ ਦੀ ਲਿਸਟ ਵੀ ਕੱਢ ਸਕਦੇ ਹੋ ਜੀ ਆਪਣੇ ਕੰਟਰੀ ਦੇ ਹਿਸਾਬ ਨਾਲ ਅੱਗੇ ਜਾ ਕੇ, ਠੀਕ ਹੈ ਜੀ। ਅਤੇ ਪਹਿਲਾਂ ਹੋ ਗਿਆ ਆਈਲੈਟਸ 6 ਚ, ਫਿਰ ਆਪਣਾ GIC ਹੋ ਗਿਆ। ਉਸ ਤੋਂ ਬਾਅਦ ਆਪਾਂ ਨੇ ਜੀ 1 ਸਾਲ ਦੀ ਫੀਸ ਭਰਨੀ ਹੈ, ਫਿਰ LOA ਕਾਲਜ ਦੇ ਦਿੰਦਾ ਆਪਾਂ ਨੂੰ, ਨਾਲ ਮੈਡੀਕਲ ਲਾਉਣਾ ਆ। ਅਤੇ ਉਸ ਤੋਂ ਬਾਅਦ ਆਪਾਂ ਜਿਹੜੀ ਆਪਣਾ ਫਾਈਲ ਹੈ ਉਹ ਸਬਮਿਟ ਕਰਵਾ ਦਿੰਦੇ ਹਾਂ। ਫਾਈਲ ਸਬਮਿਟ ਕਰਾਉਣ ਤੋਂ ਬਾਅਦ ਆਪਣੇ ਬਾਇਓਮੈਟ੍ਰਿਕਸ ਹੁੰਦੇ ਹੈ ਜੀ, ਬਾਇਓਮੈਟ੍ਰਿਕਸ ਉਹ ਲੈ ਲੈਂਦੇ ਹੈ। ਅਤੇ ਵਿਦਿਨ 20 to 25 ਡੇਜ਼, ਤਾਂ ਮੈਕਸੀਮਮ ਤੁਸੀਂ ਮਹੀਨਾ ਮੰਨ ਕੇ ਚੱਲੋ, ਤਾਂ ਜਿਹੜਾ ਅੰਬੈਸੀ ਹੈਗੀ ਹੈ ਉਹ ਆਪਣਾ ਰਿਜ਼ਲਟ ਦੇ ਦਿੰਦੀ ਹੈ। ਤਾਂ ਹੁਣ ਕਈ ਸਟੂਡੈਂਟਸ ਕਹਿੰਦੇ ਵੀ SDS ਕੈਟੇਗਰੀ ਦੇ ਵਿੱਚ ਹੀ ਕਿਉਂ ਲਾਇਆ ਜਾਵੇ, ਕਿਉਂਕਿ ਸਾਲ ਦੀ ਫੀਸ ਲੈਂਦੇ ਆ ਤਾਂ 9, 9.5 ਲੱਖ ਜਾਂ 10 ਲੱਖ ਫੀਸ ਹੋ ਜਾਂਦੀ ਹੈ ਵੀ। ਨੋਨ SDS ਸ਼ਾਇਦ 6 ਮਹੀਨਿਆਂ ਦੀ ਹੁੰਦੀ ਹੈ, ਬਟ ਜਿਹੜਾ SDS ਹੈ ਉਹ ਇੱਕ ਤਾਂ ਫਾਸਟ ਟਰੈਕ ਹੈ, ਤੁਹਾਡਾ ਟਾਈਮ ਬਚ ਜਾਂਦਾ, ਤੁਹਾਡਾ ਟਾਈਮ ਵੇਸਟ ਨਹੀਂ ਹੁੰਦਾ, ਅਤੇ ਐਕਸਟਰਾ ਕੋਈ ਡਾਕੂਮੈਂਟਸ ਨਹੀਂ ਲੱਗਦੇ, ਤੁਹਾਨੂੰ ਕੋਈ ਸ਼ੋਅ ਮਨੀ ਕਰਨ ਦੀ ਕੋਈ ਲੋੜ ਨਹੀਂ। ਜੇ ਤੁਸੀਂ SDS ਲਾ ਰਹੇ ਹੋ ਤਾਂ ਪਲੀਜ਼ ਕੋਈ ਵੀ ਸ਼ੋਅ ਮਨੀ ਨਾ ਕਰੋ। ਦੂਸਰਾ ਹੈਗਾ ਆ ਕਿ ਇੱਕ ਤੁਹਾਡਾ ਜਿਹੜਾ ਸਕਸੈਸ ਰੇਟ ਜ਼ਿਆਦਾ ਆ, ਤਾਂ SDS ਕੈਟੇਗਰੀ ਦਾ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਉਹ ਵੀ ਜ਼ਿਆਦਾ ਆ। ਜੇਕਰ ਕਿਸੇ ਨੂੰ ਵੀ ਕੋਈ ਪਲੀਜ਼ ਡਾਊਟ ਹੋਵੇ ਜਾਂ ਸਮਝ ਨਾ ਆਇਆ ਹੋਵੇ, ਤੁਸੀਂ ਮੈਸੇਜ ਕਰ ਸਕਦੇ ਹੋ। ਥੈਂਕ ਯੂ।